BTV ਵੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਸਿਮਰਨਜੀਤ ਕੌਰ ਲੈ ਕੇ ਹਾਜ਼ਰ ਹਾਂ ਕੈਨੇਡਾ ਅਤੇ ਅੰਤਰਰਾਸ਼ਟਰੀ ਖਬਰਾਂ ਦਾ ਬੁਲੇਟਿਨ। ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਮੁੱਖ ਖਬਰਾਂ ਦੇ ਨਾਲ। ਟਰੰਪ ਨੇ ਜਾਰਜੀਆ ਚੋਣਾਂ ਵਿੱਚ ਹੋਈ ਗੜਬੜੀ ਲਈ ਦੋਸ਼ੀ ਨਾ ਹੋਣ ਦੀ ਕੀਤੀ ਅਪੀਲ, ਵੱਖਰੇ ਮੁਕੱਦਮੇ ਦੀ ਕੀਤੀ ਮੰਗ। ਕੈਲਗਰੀ ਵਿੱਚ ਹਵਾ ਦੀ ਗੁਣਵੱਤਾ ਨੂੰ ਲੈ ਕੇ ਚੇਤਾਵਨੀ, ਐਨਵਾਇਰਨਮੈਂਟ ਐਂਡ ਕਲਾਈਮੇਟ ਚੇਂਜ ਕੈਨੇਡਾ ਨੇ ਦਿੱਤੀ ਚੇਤਾਵਨੀ। रूस विच कीते ड्रोन हमले तो बाद ज़ेलेंस्की दा बयान आया सामने, कहा रूस ने लॉन्ग रेंज के हथियार कीते तैयार। पूरी दुनिया विच देखा गया एक विलक्षण ब्लू सुपरमून हुण साल 2037 विच वेखण नूं मिलेगा यह नज़ारा। हुण खबरां विस्तार नाल। साबका यूएस राष्ट्रपति डोनाल्ड ट्रंप ने जार्जिया दे एक अपराधिक दोष लई दोषी ना होण दी बेनती कीती है, जिस विच उसते 2020 ਦੀਆਂ ਚੋਣਾਂ ਵਿੱਚ ਆਪਣੀ ਹਾਰ ਨੂੰ ਉਲਟਾਉਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ ਗਿਆ ਅਤੇ ਉਸਦੇ ਕੁਝ 18 ਸਹਿ ਮੁਲਾਜ਼ਮਾਂ ਤੋਂ ਵੱਖਰੇ ਤੌਰ ਤੇ ਮੁਕੱਦਮਾ ਚਲਾਉਣ ਲਈ ਕਿਹਾ ਗਿਆ। ਫੁਲਟਨ ਕਾਉਂਟੀ ਨੇ ਅਗਸਤ ਵਿੱਚ ਟਰੰਪ ਨੂੰ ਰਾਜ ਵਿੱਚ 2020 ਦੀਆਂ ਚੋਣਾਂ ਵਿੱਚ ਆਪਣੀ ਹਾਰ ਨੂੰ ਉਲਟਾਉਣ ਲਈ ਰਾਜ ਦੇ ਅਧਿਕਾਰੀਆਂ ਤੇ ਦਬਾਅ ਪਾਉਣ ਅਤੇ ਡੈਮੋਕ੍ਰੈਟਿਕ ਰਾਸ਼ਟਰਪਤੀ ਜੋ ਬਾਈਡਨ ਦੀ ਜਿੱਤ ਤੇ ਕਾਂਗਰੈਸ਼ਨਲ ਪ੍ਰਮਾਣੀਕਰਨ ਨੂੰ ਕਮਜ਼ੋਰ ਕਰਨ ਲਈ ਕਥਿਤ ਤੌਰ ਤੇ ਵੋਟਰਾਂ ਦੀ ਇੱਕ ਜਾਲੀ ਸਲੇਟ ਸਥਾਪਿਤ ਕਰਨ ਲਈ 13 ਹੋਰ ਅਪਰਾਧਾਂ ਦੇ ਮਾਮਲਿਆਂ ਵਿੱਚ ਦੋਸ਼ੀ ਠਹਿਰਾਇਆ। ਟਰੰਪ ਨੇ ਫੁਲਟਨ ਕਾਉਂਟੀ ਸੁਪੀਰੀਅਰ ਕੋਰਟ ਵਿੱਚ ਅਦਾਲਤ ਵਿੱਚ ਦਾਇਰ ਕੀਤੀ ਅਪੀਲ ਵਿੱਚ ਕਿਹਾ, ਜਿਵੇਂ ਕਿ ਹੇਠਾਂ ਮੇਰੇ ਹਸਤਾਖਰ ਕੀਤੇ ਹੋਏ ਨੇ, ਮੈਂ ਇਸ ਦੁਆਰਾ ਇਸ ਰਸਮੀ ਮੁਕੱਦਮੇ ਤੋਂ ਆਪਣਾ ਨਾਮ ਬਾਹਰ ਕਰਦਾ ਹਾਂ ਅਤੇ ਇਸ ਮਾਮਲੇ ਵਿੱਚ ਦੋਸ਼ੀ ਨਾ ਹੋਣ ਦੀ ਆਪਣੀ ਪਟੀਸ਼ਨ ਦਾਖਲ ਕਰਦਾ ਹਾਂ। ਪਟੀਸ਼ਨ ਦਾ ਮਤਲਬ ਹੈ ਕਿ ਟਰੰਪ ਦੋਸ਼ਾਂ ਦਾ ਸਾਹਮਣਾ ਕਰਨ ਲਈ ਅਗਲੇ ਹਫ਼ਤੇ ਅਦਾਲਤ ਵਿੱਚ ਵਿਅਕਤੀਗਤ ਤੌਰ ਤੇ ਪੇਸ਼ ਨਹੀਂ ਹੋਣਗੇ। ਟਰੰਪ ਦੇ ਵਕੀਲਾਂ ਨੇ ਜੱਜ ਨੂੰ ਉਸਦੇ ਕੁਝ ਸਹਿ ਮੁਲਾਜ਼ਮਾਂ ਤੋਂ ਆਪਣਾ ਕੇਸ ਵੱਖ ਕਰਨ ਲਈ ਵੀ ਕਿਹਾ, ਜਿਨ੍ਹਾਂ ਨੇ ਕੇਸ ਦੀ ਤੇਜ਼ੀ ਨਾਲ ਸੁਣਵਾਈ ਦੀ ਮੰਗ ਕੀਤੀ। ਇਹ ਟਰੰਪ ਦੇ ਕੇਸ ਨੂੰ ਉਸਦੇ ਸਹਿ ਮੁਦਾਇਕ ਕੈਨੇਥ ਚੈਸਪਰੋ, ਟਰੰਪ ਦੀ 2020 ਮੁਹਿੰਮ ਦੇ ਵਕੀਲ, ਜੋ ਕਿ ਅਕਤੂਬਰ ਵਿੱਚ ਸ਼ੁਰੂ ਹੋਣ ਵਾਲੇ ਮੁਕੱਦਮੇ ਵਿੱਚ ਜਾਣ ਲਈ ਤਿਆਰ ਹੈ, ਤੋਂ ਇੱਕ ਵੱਖਰੇ ਕਾਰਜਕ੍ਰਮ ਤੇ ਪਾ ਦੇਵੇਗਾ। ਟਰੰਪ ਦੇ ਵਕੀਲਾਂ ਨੇ ਦਲੀਲ ਦਿੱਤੀ ਹੈ ਕਿ ਉਹਨਾਂ ਕੋਲ ਚੈਸਪਰੋ ਲਈ ਨਿਰਧਾਰਤ ਅਕਤੂਬਰ ਮੁਕੱਦਮੇ ਦੀ ਮਿਤੀ ਦੀ ਤਿਆਰੀ ਲਈ ਲੋੜੀਂਦਾ ਸਮਾਂ ਨਹੀਂ ਹੈ। ਉੱਥੇ ਹੀ ਫੁਲਟਨ ਕਾਉਂਟੀ ਦੇ ਵਕੀਲ ਮੁਕੱਦਮੇ ਲਈ ਅਕਤੂਬਰ ਦੀ ਸ਼ੁਰੂਆਤ ਦੀ ਮੰਗ ਕਰ ਰਹੇ ਹਨ। ਅਟਾਰਨੀ ਸਿਡਨੀ ਪਾਵੇਲ, ਟ੍ਰੇਵੀਅਨ ਕੁਟੀ ਅਤੇ ਰੇ ਸਮਿਥ ਸਮੇਤ ਜਾਰਜੀਆ ਵਿੱਚ ਟਰੰਪ ਦੇ ਕੁਝ ਸਹਿ ਮੁਲਾਜ਼ਮ ਨੇ ਵੀ ਰਸਮੀ ਮੁਕੱਦਮੇ ਨੂੰ ਛੱਡ ਦਿੱਤਾ ਹੈ ਅਤੇ ਦੋਸ਼ੀ ਨਹੀਂ ਹੋਣ ਵਾਲੀਆਂ ਪਟੀਸ਼ਨਾਂ ਵਿੱਚ ਦਾਖਲ ਹੋਏ ਹਨ। ਅਗਸਤ ਦੇ ਅੱਧ ਵਿੱਚ ਦਾਇਰ 98 ਪੰਨਿਆਂ ਦੇ ਜਾਰਜੀਆ ਦੋਸ਼ ਮਾਮਲੇ ਵਿੱਚ ਟਰੰਪ ਅਤੇ 18 ਹੋਰ ਬਚਾਅ ਪੱਖਾਂ ਤੇ ਕੁੱਲ 41 ਅਪਰਾਧਿਕ ਮਾਮਲਿਆਂ ਦੇ ਦੋਸ਼ ਲੱਗੇ ਹਨ। ਠੰਡੇ ਤਾਪਮਾਨ ਅਤੇ ਮੀਂਹ ਪੈਣ ਦੇ ਬਾਵਜੂਦ ਕੈਲਗਰੀ ਵਿੱਚ ਹਵਾ ਦੀ ਗੁਣਵੱਤਾ ਨੂੰ ਲੈ ਕੇ এনवायरमेंट ਐਂਡ ਕਲਾਈਮੇਟ ਚੇਂਜ ਕੈਨੇਡਾ ਵੱਲੋਂ ਵਿਸ਼ੇਸ਼ ਬਿਆਨ ਜਾਰੀ ਕੀਤਾ ਗਿਆ ਹੈ। ECCC यानी एनवायरनमेंट एंड क्लाइमेट चेंज कैनेडा ने जारी की चेतावनी च कहा है कि धुएं कारण हवा की गुणवत्ता खराब हो रही है, जिस करके विजिबिलिटी भी घट गई है ते कैलगरी विच यह धुआं नॉर्थ वैस्ट टेरिटरीज च लगी वाइल्ड फायर तो शहर विच आ रहा है। ECC ਦਾ ਕਹਿਣਾ ਹੈ ਕਿ ਵਾਈਲਡ ਫਾਇਰ ਦੇ ਧੂਏ ਦੀ ਕੰਸੈਂਟ੍ਰੇਸ਼ਨਸ ਹਰ ਥਾਂ ਦੇ ਮੁਤਾਬਕ ਘੱਟ ਵੱਧ ਹੋ ਸਕਦੀ ਹੈ ਅਤੇ ਹਰ ਘੰਟੇ ਦੇ ਵਿੱਚ ਚੇਂਜ ਵੀ ਹੋ ਸਕਦੀ ਹੈ, ਪਰ ਨਾਲ ਹੀ ਇਹ ਉਮੀਦ ਵੀ ਜਤਾਈ ਜਾ ਰਹੀ ਹੈ ਕਿ ਵੀਕਐਂਡ ਤੱਕ ਹਾਲਾਤ ਸੁਧਰ ਸਕਦੇ ਹਨ। ECC ਦੇ ਅਨੁਸਾਰ ਲੋ ਕੰਸੈਂਟ੍ਰੇਸ਼ਨਸ ਵਿੱਚ ਵੀ ਵਾਈਲਡ ਫਾਇਰ ਦਾ ਧੂਆਂ ਹਰ ਕਿਸੇ ਦੀ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ। ECC ਨੇ ਕੈਲਗਰੀ ਵਾਸੀਆਂ ਨੂੰ ਆਪਣੀ ਸਿਹਤ ਦਾ ਧਿਆਨ ਰੱਖਣ ਅਤੇ ਧੂਏ ਦੇ ਸੰਪਰਕ ਵਿੱਚ ਨਾ ਆਉਣ ਲਈ ਕਿਹਾ ਹੈ। এনवायरनमेंट ਕੈਨੇਡਾ ਦਾ ਕਹਿਣਾ ਹੈ ਕਿ ਫੇਫੜਿਆਂ ਦੀ ਬਿਮਾਰੀ ਜਿਵੇਂ ਕਿ ਦਮੇ ਜਾਂ ਦਿਲ ਦੀ ਬਿਮਾਰੀ ਵਾਲੇ ਲੋਕ, ਬਜ਼ੁਰਗ, ਬੱਚੇ, ਗਰਭਵਤੀ ਔਰਤਾਂ ਅਤੇ ਘਰੋਂ ਬਾਹਰ ਕੰਮ ਕਰਨ ਵਾਲੇ ਲੋਕ ਧੂਏ ਕਾਰਨ ਸਿਹਤ ਪ੍ਰਭਾਵਾਂ ਦਾ ਅਨੁਭਵ ਕਰ ਸਕਦੇ ਹਨ ਅਤੇ ਵਧੇਰੇ ਜੋਖਮ ਵਿੱਚ ਫਸ ਸਕਦੇ ਹਨ। ਨਾਲ ਹੀ ਲੋਕਾਂ ਨੂੰ ਇਹ ਵੀ ਸਲਾਹ ਦਿੱਤੀ ਜਾਂਦੀ ਹੈ ਕਿ ਬਾਹਰੀ ਗਤੀਵਿਧੀਆਂ ਨੂੰ ਬੰਦ ਕੀਤਾ ਜਾਵੇ ਅਤੇ ਜੇਕਰ ਤੁਹਾਨੂੰ ਜਾਂ ਤੁਹਾਡੀ ਦੇਖਭਾਲ ਵਿੱਚ ਜਾਂ ਕਿਸੇ ਵਿਅਕਤੀ ਨੂੰ ਸਾਹ ਲੈਣ ਵਿੱਚ ਤਕਲੀਫ, ਸੀਵੀਅਰ ਕਫ, ਚੱਕਰ ਆਉਣੇ ਜਾਂ ਛਾਤੀ ਵਿੱਚ ਦਰਦ ਮਹਿਸੂਸ ਹੁੰਦਾ ਹੈ ਤਾਂ ਕਿਸੇ ਸਿਹਤ ਸੰਭਾਲ ਪ੍ਰਦਾਤਾ ਨਾਲ ਸੰਪਰਕ ਕੀਤਾ ਜਾਵੇ। ECC ਦਾ ਇਹ ਵੀ ਕਹਿਣਾ ਹੈ ਕਿ ਜੇ ਤੁਸੀਂ ਬਿਮਾਰ ਮਹਿਸੂਸ ਕਰ ਰਹੇ ਹੋ ਅਤੇ ਇਹਨਾਂ ਵਿੱਚੋਂ ਦੱਸੇ ਕਿਸੇ ਵੀ ਲੱਛਣਾਂ ਦਾ ਅਨੁਭਵ ਕਰ ਰਹੇ ਹੋ ਤਾਂ ਘਰ ਵਿੱਚ ਰਹੋ, ਬਿਨਾਂ ਕੰਮ ਤੋਂ ਘਰ ਤੋਂ ਬਾਹਰ ਨਾ ਨਿਕਲੋ। ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ਸੂਬਾਈ ਐਮਰਜੈਂਸੀ ਦੀ ਸਥਿਤੀ ਨੂੰ ਹੋਰ 2 ਹਫ਼ਤਿਆਂ ਲਈ ਵਧਾ ਰਹੀ ਹੈ ਕਿਉਂਕਿ ਜੰਗਲ ਦੀ ਅੱਗ ਅਤੇ ਸੋਕੇ ਦੀ ਸਥਿਤੀ ਬਰਕਰਾਰ ਹੈ। ਮਿਨਿਸਟਰ ਆਫ ਐਮਰਜੈਂਸੀ ਪ੍ਰੀਪੇਅਰਡਨੈਸ ਬੋਵਿਨ ਮਾ ਨੇ ਪ੍ਰੋਵਿੰਸ ਵਿੱਚ ਵਾਈਲਡ ਫਾਇਰ ਦੀ ਸਥਿਤੀ ਤੇ ਅਪਡੇਟ ਦੇ ਹਿੱਸੇ ਵਜੋਂ ਵਿਸਥਾਰ ਦੀ ਘੋਸ਼ਣਾ ਕੀਤੀ। ਉਸਨੇ ਕਿਹਾ ਕਿ ਵਾਈਲਡ ਫਾਇਰ ਦੀ ਪ੍ਰਕਿਰਤੀ ਅਤੇ ਅਨੁਮਾਨਿਤਾ ਜਿਸ ਦਾ ਅਸੀਂ ਇਸ ਸਾਲ ਅਨੁਭਵ ਕਰ ਰਹੇ ਹਾਂ ਦਾ ਮਤਲਬ ਹੈ ਕਿ ਸਾਨੂੰ ਸਾਰਿਆਂ ਨੂੰ ਚੌਕਸ ਰਹਿਣ ਦੀ ਲੋੜ ਹੈ।
ਅਸੀਂ ਸਥਿਤੀ ਦਾ ਮੁਲਾਂਕਣ ਕਰਨਾ ਜਾਰੀ ਰੱਖਾਂਗੇ ਅਤੇ ਲੋੜ ਅਨੁਸਾਰ ਜਵਾਬ ਦੇਵਾਂਗੇ ਅਤੇ ਅਨੁਕੂਲ ਬਣਾਂਗੇ। ਐਮਰਜੈਂਸੀ ਘੋਸ਼ਣਾ ਪ੍ਰੋਵਿੰਸ ਅਤੇ ਇਸ ਦੇ ਐਮਰਜੈਂਸੀ ਜਵਾਬ ਦੇਣ ਵਾਲਿਆਂ ਨੂੰ ਵਾਈਲਡਫਾਇਰ ਦੀ ਸਥਿਤੀ ਦਾ ਜਵਾਬ ਦੇਣ ਲਈ ਲੋੜੀਂਦੇ ਸਾਧਨਾਂ ਤੱਕ ਪਹੁੰਚ ਕਰਨ ਦੀ ਆਗਿਆ ਦਿੰਦੀ ਹੈ। ਬੋਵਿਨ ਮਾਨ ਨੇ ਕਿਹਾ ਕਿ ਹਾਲ ਹੀ ਦੇ ਮੀਂਹ ਨੇ ਸੂਬੇ ਦੇ ਦੱਖਣੀ ਹਿੱਸਿਆਂ ਵਿੱਚ ਵਾਈਲਡਫਾਇਰ ਨਾਲ ਲੜਨ ਦੇ ਯਤਨਾਂ ਵਿੱਚ ਮਦਦ ਕੀਤੀ ਹੈ, ਪਰ ਉੱਥੇ ਹੀ ਉੱਤਰੀ BC ਵਿੱਚ ਇੱਕ ਬੇਮੌਸਮੀ ਗਰਮੀ ਦੀ ਲਹਿਰ ਹੈ, ਜਿਸ ਕਰਕੇ ਅੱਗ ਦੀ ਗਤੀਵਿਧੀ ਵਿੱਚ ਵਾਧਾ ਹੋਇਆ ਹੈ। ਇਸ ਤੋਂ ਇਲਾਵਾ ਬੋਵਿਨ ਮਾਨ ਨੇ ਕਿਹਾ ਕਿ ਪ੍ਰੋਵਿੰਸ ਵਿੱਚ ਲਗਾਤਾਰ ਅਨੁਭਵ ਕੀਤੇ ਜਾਣ ਵਾਲੇ ਸੋਕੇ ਦੀਆਂ ਸਥਿਤੀਆਂ ਕਾਰਨ ਅੱਗ ਦੀ ਗਤੀਵਿਧੀ ਹੋਰ ਤੇਜ਼ ਹੋ ਗਈ ਹੈ। ਉਸਨੇ ਕਿਹਾ ਕਿ BC ਵਿੱਚ 34 ਵਿੱਚੋਂ 27 ਬੇਸਿਨ ਪੱਧਰ 4 ਜਾਂ 5 ਸੋਕੇ ਦੇ ਪੱਧਰ ਤੇ ਹਨ। ਬੋਵਿਨ ਮਾਨ ਨੇ ਕਿਹਾ ਕਿ ਸਾਨੂੰ ਇੱਕ ਸੰਤੁਲਿਤ ਦ੍ਰਿਸ਼ਟੀਕੋਣ ਨਾਲ ਇਸ ਤੱਕ ਪਹੁੰਚ ਕਰਨੀ ਚਾਹੀਦੀ ਹੈ। ਮੀਂਹ ਨੇ ਸਾਡੇ ਫਾਇਰ ਫਾਈਟਰਾਂ ਨੂੰ ਸਾਹ ਲੈਣ ਦਾ ਮੌਕਾ ਦਿੱਤਾ ਹੈ, ਪਰ ਅਸੀਂ ਅਜੇ ਵੀ ਮੌਸਮ ਸਾਫ਼ ਹੋਣ ਤੋਂ ਬਹੁਤ ਦੂਰ ਹਾਂ। ਬੋਵਿਨ ਮਾਨ ਨੇ ਆਪਣੀ ਗੱਲ ਤੇ ਜ਼ੋਰ ਦੇ ਕੇ ਕਿਹਾ ਕਿ BC ਅਜੇ ਵੀ ਇਸ ਦੇ ਵਾਈਲਡਫਾਇਰ ਸੀਜ਼ਨ ਦੇ ਸਿਖਰ ਤੇ ਹੈ। BC ਦੇ ਪ੍ਰੀਮੀਅਰ ਨੇ ਬੈਂਕ ਆਫ ਕੈਨੇਡਾ ਦੇ ਗਵਰਨਰ ਨੂੰ ਇੱਕ ਪੱਤਰ ਭੇਜ ਕੇ ਸਤੰਬਰ ਵਿੱਚ ਸੰਭਾਵਿਤ ਵਿਆਜ ਦਰਾਂ ਵਿੱਚ ਵਾਧੇ ਬਾਰੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਹੈ, ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ BC ਵਿੱਚ ਲੋਕ ਪਹਿਲਾਂ ਹੀ ਵਧੀਆਂ ਵਿਆਜ ਦਰਾਂ ਨੂੰ ਲੈ ਕੇ ਬਹੁਤ ਦੁਖੀ ਹਨ। ਉਹਨਾਂ ਨੇ ਕਿਹਾ ਕਿ ਤੁਹਾਡੀ ਭੂਮਿਕਾ ਬੈਂਕ ਆਫ ਕੈਨੇਡਾ ਦੇ ਗਵਰਨਰ ਵਜੋਂ ਹੈ, ਜਿਸ ਵਿੱਚ ਮੈਂ ਤੁਹਾਨੂੰ ਦਰਾਂ ਵਿੱਚ ਵਾਧੇ ਦੇ ਪੂਰੇ ਮਨੁੱਖੀ ਪ੍ਰਭਾਵ ਤੇ ਵਿਚਾਰ ਕਰਨ ਦੀ ਬੇਨਤੀ ਕਰਦਾ ਹਾਂ ਅਤੇ ਇਸ ਸਮੇਂ ਦਰਾਂ ਵਿੱਚ ਹੋਰ ਵਾਧਾ ਨਾ ਕਰੋ। ਉਹਨਾਂ ਨੇ ਕਿਹਾ ਇਬਾਏ ਮਹਿੰਗਾਈ ਨੂੰ ਘਟਾਉਣ ਅਤੇ ਲੋਕਾਂ ਅਤੇ ਕਾਰੋਬਾਰਾਂ ਤੇ ਕੁਝ ਲਾਗਤ ਦਬਾਅ ਨੂੰ ਘਟਾਉਣ ਵਿੱਚ ਮਦਦ ਕਰਨ ਵਿੱਚ ਬੈਂਕ ਆਫ ਕੈਨੇਡਾ ਦੀ ਭੂਮਿਕਾ ਨੂੰ ਸਵੀਕਾਰ ਕਰਕੇ ਪੱਤਰ ਦੀ ਸ਼ੁਰੂਆਤ ਕਰਦਾ ਹਾਂ। ਹਾਲਾਂਕਿ ਇਬਾਏ ਸਮਝਦਾ ਹੈ ਕਿ ਬੈਂਕ ਆਫ ਕੈਨੇਡਾ ਇਸ ਸਤੰਬਰ ਵਿੱਚ ਇੱਕ ਹੋਰ ਵਿਆਜ ਦਰ ਵਾਧੇ ਤੇ ਗੰਭੀਰਤਾ ਨਾਲ ਵਿਚਾਰ ਕਰ ਰਿਹਾ ਹੈ। ਇਹ ਗੰਭੀਰ ਵਿਚਾਰ ਕੈਨੇਡਾ ਵਿੱਚ ਸਾਰੀਆਂ ਤਿਮਾਹੀਆਂ ਤੋਂ ਅਜਿਹੀ ਪਹੁੰਚ ਵਿਰੁੱਧ ਸਾਵਧਾਨੀਆਂ ਦੇ ਬਾਵਜੂਦ ਆਇਆ ਹੈ, ਜਿਸ ਵਿੱਚ CIBC ਵਰਗੇ ਬੈਂਕਾਂ ਦੇ ਸੀਨੀਅਰ ਅਰਥ ਸ਼ਾਸਤਰੀਆਂ ਵੱਲੋਂ ਆਖਰੀ ਦਰਾਂ ਵਿੱਚ ਵਾਧੇ ਤੋਂ ਪਹਿਲਾਂ ਕੀਤੀਆਂ ਗਈਆਂ ਸਾਵਧਾਨੀਆਂ ਵੀ ਸ਼ਾਮਲ ਹਨ। ਜਦੋਂ ਕਿ ਬੈਂਕ ਆਫ ਕੈਨੇਡਾ ਦੀ ਭੂਮਿਕਾ ਮੁਦਰਾ ਨੀਤੀ ਬਾਰੇ ਫੈਸਲਾ ਲੈਣਾ ਹੈ, ਪਰ ਪ੍ਰੀਮੀਅਰ ਵਜੋਂ ਮੇਰੀ ਭੂਮਿਕਾ BC ਵਿੱਚ ਲੋਕਾਂ ਲਈ ਖੜਨ ਦੀ ਹੈ ਅਤੇ ਇਹ ਸੁਨਿਸ਼ਚਿਤ ਕਰਨਾ ਹੈ ਕਿ ਉਹਨਾਂ ਦੀ ਆਵਾਜ਼ ਸੁਣੀ ਜਾਂਦੀ ਹੈ, ਕਿਉਂਕਿ ਜੋ ਫੈਸਲੇ ਲਏ ਜਾਂਦੇ ਹਨ ਉਹ ਲੋਕਾਂ ਤੇ ਪ੍ਰਭਾਵ ਪਾਉਂਦੇ ਹਨ। 12 ਜੁਲਾਈ ਨੂੰ ਆਖਰੀ ਦਰ ਵਿੱਚ ਵਾਧੇ ਨੇ ਬੈਂਕ ਆਫ ਕੈਨੇਡਾ ਦੀ ਮੁੱਖ ਵਿਆਜ ਦਰ ਨੂੰ 1% ਅੰਕ ਤੇ 1/4 ਤੱਕ ਵਧਾ ਕੇ 5% ਕਰ ਦਿੱਤਾ। ਇਹ 2 ਦਹਾਕਿਆਂ ਤੋਂ ਵੱਧ ਸਮੇਂ ਵਿੱਚ ਸਭ ਤੋਂ ਵੱਧ ਵਿਆਜ ਦਰ ਰਿਕਾਰਡ ਕੀਤੀ ਗਈ ਹੈ। ਉਸ ਸਮੇਂ ਬੈਂਕ ਆਫ ਕੈਨੇਡਾ ਨੇ ਕਿਹਾ ਸੀ ਕਿ ਦਰਾਂ ਵਿੱਚ ਵਾਧਾ ਮਜ਼ਬੂਤ ਖਪਤਕਾਰਾਂ ਦੇ ਖਰਚਿਆਂ ਦੁਆਰਾ ਚਲਾਏ ਗਏ ਅਰਥ ਵਿਵਸਥਾ ਵਿੱਚ ਉੱਚੀ ਮੰਗ ਦੁਆਰਾ ਪ੍ਰੇਰਿਤ ਕੀਤਾ ਗਿਆ ਸੀ ਅਤੇ ਨਾਲ ਹੀ ਇਹ ਸੰਕੇਤ ਵੀ ਦਿੱਤਾ ਸੀ ਕਿ ਕੀਮਤਾਂ ਤੇਜ਼ੀ ਨਾਲ ਵਧ ਰਹੀਆਂ ਹਨ। ਓਨਟਾਰੀਓ ਦੇ ਹਾਊਸਿੰਗ ਮੰਤਰੀ ਸਟੀਵ ਕਲਾਰਕ ਨੇ ਓਨਟਾਰੀਓ ਵਾਸੀਆਂ ਤੋਂ ਆਪਣੇ ਸਟਾਫ ਦੀ ਸਹੀ ਨਿਗਰਾਨੀ ਨਾ ਕਰਨ ਅਤੇ ਗ੍ਰੀਨ ਬੈਲਟ ਲੈਂਡ ਸਵੈਪ ਪ੍ਰਕਿਰਿਆ ਲਈ ਮਾਫੀ ਮੰਗੀ ਹੈ। ਸਟੀਵ ਕਲਾਰਕ ਨੇ ਕਿਹਾ ਕਿ ਮੈਨੂੰ ਅਫਸੋਸ ਹੈ ਕਿ ਮੈਂ ਲੋੜੀਂਦੀ ਨਿਗਰਾਨੀ ਪ੍ਰਦਾਨ ਨਹੀਂ ਕੀਤੀ ਅਤੇ ਇਸ ਲਈ ਇਸ ਪ੍ਰੋਸੈਸ ਦੀ ਪੂਰੀ ਤਰ੍ਹਾਂ ਜ਼ਿੰਮੇਵਾਰੀ ਨੂੰ ਸਵੀਕਾਰ ਕਰਦਾ ਹਾਂ। ਕਲਾਰਕ ਨੇ ਕਿਹਾ ਕਿ ਮੈਨੂੰ ਅਫਸੋਸ ਹੈ ਕਿ ਮੈਂ ਨਿੱਜੀ ਤੌਰ ਤੇ ਨਿਗਰਾਨੀ ਦੇ ਮਾਮਲੇ ਵਿੱਚ ਇੱਕ ਬਿਹਤਰ ਕੰਮ ਨਹੀਂ ਕੀਤਾ। ਕਲਾਰਕ ਨੇ ਕਿਹਾ ਕਿ ਓਨਟਾਰੀਓ ਵਾਸੀਆਂ ਨੂੰ ਵਧੇਰੇ ਭਰੋਸੇ ਅਤੇ ਜਵਾਬਦੇਹੀ ਬਣਾਉਣ ਲਈ ਇੱਕ ਪ੍ਰਕਿਰਿਆ ਦੀ ਲੋੜ ਹੈ, ਜਿਸ ਲਈ ਸਰਕਾਰ ਇੱਕ ਬਿਹਤਰ ਪ੍ਰਕਿਰਿਆ ਨੂੰ ਲਾਗੂ ਕਰਨ ਲਈ ਕੰਮ ਕਰੇਗੀ। ਇਹ ਘੋਸ਼ਣਾ ਓਨਟਾਰੀਓ ਦੇ ਇੰਟੀਗ੍ਰਿਟੀ ਕਮਿਸ਼ਨਰ ਡੇਵਿਡ ਵੇਕ ਦੁਆਰਾ ਇੱਕ ਰਿਪੋਰਟ ਦੇਣ ਤੋਂ ਇੱਕ ਦਿਨ ਬਾਅਦ ਕੀਤੀ ਗਈ ਹੈ, ਜਿਸ ਵਿੱਚ ਕਿਹਾ ਗਿਆ ਸੀ ਕਿ ਕਲਾਰਕ ਨੇ ਫੋਰਡ ਸਰਕਾਰ ਦੀ ਗ੍ਰੀਨ ਬੈਲਟ ਜ਼ਮੀਨ ਦੀ ਅਦਲਾ ਬਦਲੀ ਵਿੱਚ ਆਪਣੀ ਭੂਮਿਕਾ ਲਈ ਨੈਤਿਕਤਾ ਦੇ ਨਿਯਮਾਂ ਨੂੰ ਤੋੜਿਆ ਹੈ। ਇੰਟੈਗ੍ਰਿਟੀ ਕਮਿਸ਼ਨਰ ਦੀ ਰਿਪੋਰਟ ਓਨਟਾਰੀਓ ਦੇ ਆਡੀਟਰ ਜਨਰਲ ਦੇ ਪਿਛਲੇ ਅਤੇ ਬਰਾਬਰ ਦੇ ਘਿਨੌਣੇ ਖਾਤੇ ਨਾਲ ਸਹਿਮਤ ਹੈ, ਜਿਸ ਨੇ ਸੁਝਾਅ ਦਿੱਤਾ ਸੀ ਕਿ ਕਲਾਰਕ ਦੇ ਹਾਲ ਹੀ ਵਿੱਚ ਅਸਤੀਫਾ ਦਿੱਤੇ ਚੀਫ ਆਫ ਸਟਾਫ ਰਿਆਨ ਅਮਾਟੋ ਨੇ ਪ੍ਰਕਿਰਿਆ ਦੀ ਅਗਵਾਈ ਕੀਤੀ ਸੀ। ਰਿਪੋਰਟ ਵਿੱਚ ਕਿਹਾ ਗਿਆ ਹੈ ਮੈਂਬਰ ਇਸ ਐਕਟ ਦੇ ਤਹਿਤ ਜਿੱਥੇ ਉਹ ਅਣਜਾਣ ਲਾਪਰਵਾਹੀ ਜਾਂ ਅਣਜਾਣਤਾ ਦੁਆਰਾ ਆਪਣੇ ਦਫ਼ਤਰਾਂ ਵਿੱਚ ਮਹੱਤਵਪੂਰਨ ਨਤੀਜਿਆਂ ਜਾਂ ਫੈਸਲਿਆਂ ਦੀ ਨਿਗਰਾਨੀ ਕਰਨ ਵਿੱਚ ਅਸਫਲ ਰਹਿੰਦੇ ਹਨ, ਉਸ ਦੀ ਜਵਾਬਦੇਹੀ ਤੋਂ ਬਚ ਨਹੀਂ ਸਕਦੇ। ਉੱਥੇ ਹੀ ਮਾਮਲੇ ਵਿੱਚ ਓਨਟਾਰੀਓ NDP ਲੀਡਰ ਮੈਰਿਟ ਸਟਾਈਲਸ, ਗ੍ਰੀਨ ਪਾਰਟੀ ਆਫ ਓਨਟਾਰੀਓ ਦੇ ਲੀਡਰ ਮਾਈਕ ਸ਼੍ਰੀਨਰ ਅਤੇ ਓਨਟਾਰੀਓ ਲਿਬਰਲ ਲੀਡਰ ਜੌਨ ਫਰੇਜ਼ਰ ਨੇ ਕਲਾਰਕ ਦੇ ਅਸਤੀਫੇ ਦੀ ਮੰਗ ਕੀਤੀ ਹੈ। ਓਨਟਾਰੀਓ ਲਿਬਰਲਸ ਵੱਲੋਂ ਵੀ ਫੋਰਡ ਸਰਕਾਰ ਨੂੰ ਗ੍ਰੀਨ ਬੈਲਟ ਫੈਸਲਿਆਂ ਵਿੱਚ ਸ਼ਾਮਲ ਲੋਕਾਂ ਦੀ ਇੰਟਰਵਿਊ ਲੈਣ ਲਈ ਇੱਕ ਵਿਧਾਨਕ ਕਮੇਟੀ ਦੀ ਆਗਿਆ ਦੇਣ ਲਈ ਵੀ ਕਿਹਾ ਹੈ। ਮਾਮਲੇ ਵਿੱਚ RCMP ਵੱਲੋਂ ਵੀ ਇਹ ਨਿਰਧਾਰਤ ਕਰਨ ਲਈ ਜਾਣਕਾਰੀ ਦੀ ਸਮੀਖਿਆ ਕੀਤੀ ਜਾ ਰਹੀ ਹੈ ਕਿ ਇਸ ਨੂੰ ਗ੍ਰੀਨ ਬੈਲਟ ਲੈਂਡ ਸਵੈਪ ਦੀ ਜਾਂਚ ਕਰਨੀ ਚਾਹੀਦੀ ਹੈ ਜਾਂ ਨਹੀਂ। ਇਸ ਮਾਮਲੇ 'ਚ ਓਨਟਾਰੀਓ ਪ੍ਰੀਮੀਅਰ ਡਗ ਫੋਰਡ ਨੇ ਪਹਿਲਾਂ ਕਿਹਾ ਸੀ ਕਿ ਉਸ ਨੂੰ ਯਕੀਨ ਹੈ ਕਿ ਕੁਝ ਵੀ ਅਪਰਾਧਿਕ ਨਹੀਂ ਹੋਇਆ ਹੈ।
ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜ਼ੈਲੈਂਸਕੀ ਨੇ ਕਿਹਾ ਹੈ ਕਿ ਉਹਨਾਂ ਦੇ ਦੇਸ਼ ਨੇ ਪੱਛਮੀ ਰੂਸ ਦੇ ਇੱਕ ਹਵਾਈ ਅੱਡੇ ਤੇ ਪਿਛਲੇ ਦਿਨ ਦੇ ਹਮਲੇ ਦੇ ਸਪਸ਼ਟ ਸੰਦਰਭ ਵਿੱਚ 700 ਕਿਲੋਮੀਟਰ ਦੂਰ ਨਿਸ਼ਾਨਾ ਲਾਉਣ ਵਾਲੇ ਇੱਕ ਹਥਿਆਰ ਨੂੰ ਵਿਕਸਿਤ ਕੀਤਾ ਹੈ। ਜ਼ੈਲੈਂਸਕੀ ਨੇ ਆਪਣੇ ਟੈਲੀਗ੍ਰਾਮ ਚੈਨਲ ਤੇ ਕਿਹਾ ਕਿ ਇਹ ਹਥਿਆਰ ਯੂਕਰੇਨ ਦੇ ਰਣਨੀਤਕ ਉਦਯੋਗ ਮੰਤਰਾਲੇ ਦੁਆਰਾ ਤਿਆਰ ਕੀਤਾ ਗਿਆ ਸੀ, ਪਰ ਇਸ ਬਾਰੇ ਜ਼ੈਲੈਂਸਕੀ ਵੱਲੋਂ ਕੋਈ ਹੋਰ ਵੇਰਵਾ ਨਹੀਂ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਮਾਸਕੋ ਨੇ ਯੂਕਰੇਨ ਤੇ ਦੋਸ਼ ਲਾਏ ਸੀ ਕਿ ਯੂਕਰੇਨ ਵੱਲੋਂ ਡਰੋਨਾਂ ਨਾਲ ਹਮਲਾ ਕੀਤਾ ਗਿਆ ਅਤੇ 4 ਘੰਟਿਆਂ ਵਿੱਚ ਐਸਟੋਨੀਆ ਅਤੇ ਲਾਤਵੀਆ ਦੇ ਨਾਲ ਰੂਸ ਦੀ ਸਰਹੱਦ ਦੇ ਨੇੜੇ ਇੱਕ ਹਵਾਈ ਅੱਡੇ ਨੂੰ ਢਾਇਆ ਗਿਆ, ਜਿਸ ਨਾਲ 4 IL-76 ਫੌਜੀ ਆਵਾਜਾਈ ਜਹਾਜ਼ਾਂ ਨੂੰ ਨੁਕਸਾਨ ਪਹੁੰਚਿਆ ਸੀ। ਰਾਸ਼ਟਰਪਤੀ ਵੱਲੋਂ ਕੀਤੀ ਗਈ ਟਿੱਪਣੀਆਂ ਨੇ ਰਣਨੀਤੀ ਵਿੱਚ ਇੱਕ ਸਪਸ਼ਟ ਤਬਦੀਲੀ ਦੀ ਨਿਸ਼ਾਨਦੇਹੀ ਕੀਤੀ ਹੈ, ਕਿਉਂਕਿ ਕੀਵ ਅਧਿਕਾਰੀ ਆਮ ਤੌਰ ਤੇ ਰੂਸੀ ਧਰਤੀ ਤੇ ਹਮਲਿਆਂ ਲਈ ਸਪਸ਼ਟ ਤੌਰ ਤੇ ਦਾਅਵਾ ਜਾਂ ਜ਼ਿੰਮੇਵਾਰੀ ਤੋਂ ਇਨਕਾਰ ਨਹੀਂ ਕਰਦੇ ਹਨ। ਇਸ ਦੀ ਬਜਾਏ ਅਸਿੱਧੇ ਤੌਰ ਤੇ ਹੜਤਾਲਾਂ ਦਾ ਹਵਾਲਾ ਦੇਣ ਦੀ ਚੋਣ ਕਰਦੇ ਹਨ। ਦੇਸ਼ ਦੀ ਰਾਸ਼ਟਰੀ ਸੁਰੱਖਿਆ ਅਤੇ ਰੱਖਿਆ ਪ੍ਰੀਸ਼ਦ ਦੇ ਸਾਬਕਾ ਸਕੱਤਰ ਨੇ ਸੰਕੇਤ ਦਿੱਤਾ ਕਿ ਯੂਕਰੇਨ ਸਿੱਧੇ ਤੌਰ ਤੇ ਇਸ ਹਮਲੇ ਲਈ ਜ਼ਿੰਮੇਵਾਰ ਹੈ। ਉਹਨਾਂ ਨੇ ਕਿਹਾ ਕਿ ਯੂਕਰੇਨ ਰੂਸ ਤੇ ਹਮਲਾ ਕਰਨ ਦੀ ਸਮਰੱਥਾ ਬਣਾ ਰਿਹਾ ਹੈ ਅਤੇ ਸਾਨੂੰ ਇਸ ਦੀ ਜ਼ਰੂਰਤ ਹੈ, ਕਿਉਂਕਿ ਰੂਸ ਨੂੰ ਇਹ ਸਮਝਣ ਦੀ ਜ਼ਰੂਰਤ ਹੈ ਕਿ ਉਹ ਯੂਕਰੇਨ ਫੌਜੀ ਅਤੇ ਨਾਗਰਿਕਾਂ ਦੋਵਾਂ ਨਾਲ ਜੋ ਵੀ ਕਰਦੇ ਹਨ, ਉਹਨਾਂ ਨੂੰ ਜਲਦੀ ਜਾਂ ਬਾਅਦ ਵਿੱਚ ਸਾਡੇ ਵੱਲੋਂ ਜਵਾਬ ਮਿਲੇਗਾ। ਦੁਨੀਆ ਭਰ ਵਿੱਚ ਸਕਾਈ ਗੇਜ਼ਰ ਨੇ ਲੰਘੇ ਬੁੱਧਵਾਰ ਨੂੰ ਬਲੂ ਸੁਪਰਮੂਨ ਨਾਂ ਦੇ ਸੈਲੇਸਟੀਅਲ ਇਵੈਂਟ ਦਾ ਆਨੰਦ ਮਾਣਿਆ। ਇਹ ਇੱਕ ਅਜਿਹਾ ਸੈਲੇਸਟੀਅਲ ਇਵੈਂਟ ਸੀ ਜਿਸ ਵਿੱਚ ਦੋਵੇਂ ਬਲੂ ਮੂਨ ਅਤੇ ਸੁਪਰਮੂਨ ਕੰਬਾਈਨ ਹੋ ਕੇ ਚਮਕਦਾਰ ਚੰਦ ਦੇ ਰੂਪ ਵਿੱਚ ਅਸਮਾਨ ਨੂੰ ਪ੍ਰਕਾਸ਼ਮਾਨ ਕਰਦੇ ਹਨ, ਜੋ ਦੁਬਾਰਾ ਅਗਲੇ 14 ਸਾਲ ਤੱਕ ਵੇਖਣ ਨੂੰ ਨਹੀਂ ਮਿਲੇਗਾ। ਇਸ ਤੋਂ ਪਹਿਲਾਂ ਬਲੂ ਸੁਪਰਮੂਨ ਪਹਿਲੀ ਵਾਰ 2018 ਵਿੱਚ ਵੇਖਿਆ ਗਿਆ ਸੀ, ਜਦੋਂ ਬਲੂ ਮੂਨ ਅਤੇ ਸੁਪਰਮੂਨ ਕੰਬਾਈਨ ਹੋਏ ਸੀ। ਆਮ ਤੌਰ ਤੇ ਬਲੂ ਮੂਨ ਜਦੋਂ ਇੱਕ ਮਹੀਨੇ ਵਿੱਚ ਦੂਜੀ ਪੂਰੇ ਚੰਦ ਦੀ ਰਾਤ ਹੁੰਦੀ ਹੈ, ਉਸ ਨੂੰ ਕਿਹਾ ਜਾਂਦਾ ਹੈ ਅਤੇ ਨਾਸਾ ਦੇ ਮੁਤਾਬਕ ਇਹ ਹਰ 2-3 ਸਾਲ ਦੇ ਵਿੱਚ ਹੁੰਦਾ ਹੈ। ਇਸ ਤੋਂ ਪਹਿਲਾਂ ਇਕੱਲਾ ਬਲੂ ਮੂਨ ਅਗਸਤ 2021 ਵਿੱਚ ਵੇਖਿਆ ਗਿਆ ਸੀ, ਜੋ ਕਿ ਅੰਦਾਜ਼ੇ ਮੁਤਾਬਕ ਹੁਣ ਸਾਲ 2026 ਚ ਵੇਖਣ ਨੂੰ ਮਿਲੇਗਾ। ਅਤੇ ਇੱਕ ਸੁਪਰਮੂਨ ਉਦੋਂ ਹੁੰਦਾ ਹੈ ਜਦੋਂ ਇੱਕ ਪੂਰਾ ਚੰਦ ਉਸ ਸਮੇਂ ਵਾਪਰਦਾ ਹੈ ਜਦੋਂ ਚੰਦਰਮਾ ਆਪਣੇ ਇਲਿਪਟੀਕਲ ਆਰਬਿਟ ਤੇ ਧਰਤੀ ਦੇ ਸਭ ਤੋਂ ਨਜ਼ਦੀਕੀ ਬਿੰਦੂ ਤੇ ਹੁੰਦਾ ਹੈ। ਨਾਸਾ ਨੇ ਨੋਟ ਕੀਤਾ ਹੈ ਕਿ ਲਗਭਗ 25% ਜਦੋਂ ਪੂਰਾ ਚੰਦ ਨਿਕਲਦਾ ਹੈ ਉਹ ਸੁਪਰਮੂਨ ਹੁੰਦਾ ਹੈ ਅਤੇ ਇਹ ਸਾਲ ਦਾ ਤੀਜਾ ਸੁਪਰਮੂਨ ਹੈ। ਨਾਸਾ ਦੇ ਅਨੁਸਾਰ ਇੱਕ ਸੁਪਰਮੂਨ ਲਗਭਗ 14% ਵੱਡਾ ਦਿਖਦਾ ਹੈ ਜਦੋਂ ਇਹ ਧਰਤੀ ਤੋਂ ਆਪਣੇ ਸਭ ਤੋਂ ਦੂਰ ਦੇ ਬਿੰਦੂ ਤੇ ਹੁੰਦਾ ਹੈ, ਜੋ ਕਿ ਅੰਤਰ ਨੂੰ 1/4 ਅਤੇ ਨਿਕਲ ਤੇ ਕੁਆਰਟਰ ਦੇ ਆਕਾਰ ਦੇ ਬਰਾਬਰ ਦੱਸਿਆ ਜਾਂਦਾ ਹੈ। ਨਾਸਾ ਦੇ ਅਨੁਸਾਰ ਜਨਵਰੀ ਅਤੇ ਮਾਰਚ 2037 ਤੱਕ ਬਲੂ ਸੁਪਰਮੂਨ ਦੁਬਾਰਾ ਵੇਖਣ ਨੂੰ ਨਹੀਂ ਮਿਲੇਗਾ। ਬਲੂ ਸੁਪਰਮੂਨ ਔਸਤਨ 10 ਸਾਲਾਂ ਦੇ ਅੰਤਰ ਨਾਲ ਵਾਪਰਦਾ ਹੈ, ਹਾਲਾਂਕਿ ਆਖਰੀ ਵਾਰ ਹਾਲ ਹੀ ਵਿੱਚ ਦੇਖਿਆ ਗਿਆ ਸੀ ਅਤੇ ਇਹਨਾਂ ਘਟਨਾਵਾਂ ਵਿਚਕਾਰ ਸਮਾਂ 20 ਸਾਲਾਂ ਤੱਕ ਲੰਬਾ ਹੋ ਸਕਦਾ ਹੈ। ਹਾਲਾਂਕਿ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਬਲੂ ਸੁਪਰਮੂਨ ਨੇ ਤੂਫਾਨ ਇਡਾਲੀਆ ਦੇ ਵਾਧੇ ਨੂੰ ਪ੍ਰਭਾਵਿਤ ਕੀਤਾ ਹੋ ਸਕਦਾ ਹੈ, ਕਿਉਂਕਿ ਇਹ ਲੰਘੇ ਬੁੱਧਵਾਰ ਨੂੰ ਦੱਖਣ ਪੂਰਬੀ ਅਮਰੀਕਾ ਵਿੱਚ ਲੈਂਡਫਾਲ ਹੋਇਆ ਸੀ, ਕਿਉਂਕਿ ਇਹ ਘਟਨਾ ਇੱਕ ਗ੍ਰੈਵਿਟੇਸ਼ਨਲ ਖਿੱਚ ਪੈਦਾ ਕਰਦੀ ਹੈ ਜੋ ਤੂਫਾਨ ਦੀ ਆਮ ਰੇਂਜ ਤੋਂ ਵੱਧ ਲਹਿਰਾਂ ਨੂੰ ਹੋਰ ਵਧਾ ਸਕਦੀ ਹੈ। ਅੱਜ ਦੀਆਂ ਖਬਰਾਂ ਦੇ ਵਿੱਚ ਇੰਨਾ ਹੀ। ਮੁੜ ਤੋਂ ਹਾਜ਼ਰ ਹੋਵਾਂਗੇ ਨਵੀਆਂ ਖਬਰਾਂ ਦੇ ਨਾਲ। ਤੁਸੀਂ ਵੇਖਦੇ ਰਹੋ BTV, ਬੀ ਪੋਜ਼ਿਟਿਵ, ਬੀ ਯੋਰਸੈਲਫ।